ਅੱਜ ਦਾ ਜੋ ਹਾਲਾਤ ਹੈ, ਖਾਲਸਾ ਜੀ ਦਾਸ ਨੂੰ ਹੁਕਮ ਹੋਇਆ ਸੀ ਕਿ ਕੁਝ ਸਮਾਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਉੱਤੇ ਵਿਚਾਰ ਕਰਨੀ, ਕਿਉਂਕਿ ਕਿਸੇ ਮਹਾਨ ਪੁਰਸ਼ ਦੀ ਅੰਤਮ ਨਿਸ਼ਾਨੀ ਉਸ ਦੇ ਵਿਚਾਰ ਹੁੰਦੇ ਹਨ। ਜਦੋਂ ਕਿਸੇ ਕੌਮ ਦੇ ਕੋਲ ਕਿਸੇ ਮਹਾਤਮਾ ਦੇ, ਕਿਸੇ ਮਹਾਂਪੁਰਸ਼ ਦੇ ਵਿਚਾਰ ਹੋਣ, ਉਹ ਕੌਮ ਜਿਉਂਦੀ ਹੈ, ਉਹਦੇ ਤੋਂ ਮਾਰਗ ਦਰਸ਼ਨ ਲੈਂਦੀ ਹੈ, ਸੇਧ ਲੈਂਦੀ ਹੈ। ਜੇ ਕਿਸੇ ਮਹਾਨ ਪੁਰਸ਼ ਦੇ ਵਿਚਾਰ ਅਲੋਪ ਕਰ ਦਿੱਤੇ ਜਾਣ ਤੇ ਉਸ ਮਹਾਨ ਪੁਰਸ਼ ਦਾ ਅਸਤਿਤਵ ਵੀ ਖਤਮ ਹੋ ਜਾਇਆ ਕਰਦਾ ਹੈ। ਸਾਡੇ ਸਤਿਗੁਰਾਂ ਦੀ ਬਾਣੀ ਹੀ ਸਤਿਗੁਰਾਂ ਦਾ ਅਸਤਿਤਵ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਗੱਲ ਬੜੀ ਸੋਹਣੀ ਲਿਖੀ ਹੈ। ਉਹਨਾਂ ਦੇ ਕੋਲ ਬੰਗਾਲ ਦੇ ਮਹਾਨ ਵਿਦਵਾਨ ਰਵਿੰਦਰਨਾਥ ਟੈਗੋਰ ਆਇਆ ਕਰਦੇ ਸੀ। ਰਵਿੰਦਰਨਾਥ ਟੈਗੋਰ ਦੇ ਪਿਤਾ ਜੀ ਵੀ ਨਾਲ ਆਇਆ ਕਰਦੇ ਸਨ। ਸ੍ਰੀ ਅੰਮ੍ਰਿਤਸਰ 1 ਮਹੀਨਾ ਰਹਿੰਦੇ ਸਨ ਔਰ ਰਵਿੰਦਰਨਾਥ ਟੈਗੋਰ ਦੇ ਪਿਤਾ ਜੀ ਸ੍ਰੀ ਦਰਬਾਰ ਸਾਹਿਬ ਕੀਰਤਨ ਸੁਣਿਆ ਕਰਦੇ ਸੀ ਰੋਜ਼ਾਨਾ। ਔਰ ਕੀਰਤਨ ਸੁਣਨ ਤੋਂ ਬਾਅਦ ਇੱਕ ਦਿਨ ਉਹਨਾਂ ਨੇ ਭਾਈ ਵੀਰ ਸਿੰਘ ਹੋਰਾਂ ਨੂੰ ਆਖਿਆ कि इस दुनिया में भगवान रामचंद्र जी आए हैं, वो चले गए हैं। भगवान कृष्ण जी भी आए हैं, वो भी चले गए हैं। गुरु रामदास जी आए, वो नहीं गए। भाई वीर सिंह ने पूछा, ठाकुर जी, उन्होंने ठाकुर कहते सी, तुसीं किस आधार ते ये गल कह रहे हो? उन्होंने जवाब दिता कि मैं इस गल के आधार ते गल कह रहा कि जदों श्री दरबार साहिब जाईदा है, हरि मंदिर में बैठते हैं, तो हरि मंदिर में जो कीर्तन होता है वो गुरु रामदास जी ही बोल रहे होते हैं। उनकी वाणी जो हमारे पास मौजूद है। सो गुरु साहब जी गए नहीं। भट्टा ने लिखा ना, सो कौन कहे श्री गुरु मुयो, कौन कहता गुरु जी चले गए? गुरु जी ते हाजर नाजर। किस तरह? उन्हां दी बाणी हाजर है, पर उस बाणी नूं असीं प्रचार नहीं सके, उस बाणी नूं असीं विचार नहीं सके, उस बाणी नूं असीं पढ़ नहीं सके, पढ़ा नहीं सके। जिन्नी उच्ची पद्धर ते गुरबाणी दा प्रचार करना सी वो नहीं होया, बल्कि अज समा इस मोड़ ते आ पहुंचिया है कि साडी अणगहली दा, साडी ढिल दा फायदा कुछ विरोधी लोग उठा के दसम पातशाह दी बाणी ते किंतु परंतु कर रहे हैं। आ पंजाब दी एक अखबार नवी नवी शुरू हुई है, जिन्हों पंथ वालों श्री अकाल तख्त साहिब वालों खारिज किया गया, पर वो अखबार रोजाना ही गुरु साहिबां उत्ते, गुरु इतिहास उत्ते, गुरबाणी उत्ते टीका टिप्पणी कर रही है। खास करके दशमेश पिता श्री गुरु गोबिंद सिंह साहिब जी की बाणी उत्ते ऐसा मारू हमला किया जा रहा है। उसका कारण की है? साध संगत जी, दशमेश पिता की बाणी साडे सारे खालसे पंथ के इतिहास की नींह है। जिन्ना विरसा सिख इतिहास का है, शहीदियां का है, कुर्बानियां का है, उहदी पिठ भूमि दसम ग्रंथ है। दसम ग्रंथ पढ़ के चिड़िया ने बाज मारे हैं। दसम ग्रंथ पढ़ के गिदड़ा ने शेर ललकारे हैं। दसम ग्रंथ पढ़ के कला कला सिख सवा सवा लाख नाल लड़िया है। जिन्होंने श्री दसम ग्रंथ साहिब की बाणी पढ़ी है, उन्होंने इस गल का पता है कि कितना वीर रस, कितना जोश उस बाणी विच महाराज भर दिता है। श्री गुरु गोबिंद सिंह साहिब जी ने भारत के लोगों के अंदर जो मजलूमी, जो बेअणखी, बेगैरती की भावना आ चुकी सी, उसनूं दूर करने वास्ते इस बाणी की रचना की। और जदों अमर संचार किया सतगुरां ने,
ਸਰਬਲੋਹ ਦਾ ਬਾਟਾ ਸਰਬਲੋਹ ਦਾ ਖੰਡਾ ਲੈ ਕੇ ਵੀਰ ਰਸ ਵਾਲੀ ਬਾਣੀ ਪੜ੍ਹੀ। ਮਹਾਨ ਵਿਦਵਾਨ ਭਾਈ ਰਤਨ ਸਿੰਘ ਭੰਗੂ ਨੇ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ। ਇਹ ਭਾਈ ਰਤਨ ਸਿੰਘ ਭੰਗੂ ਕੌਣ ਸੀ? ਭਾਈ ਮਤਾਬ ਸਿੰਘ ਦਾ ਪੋਤਰਾ, ਜਿਸ ਮਤਾਬ ਸਿੰਘ ਨੇ ਮੱਸੇ ਰੰਗੜ ਨੂੰ ਮਾਰ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਰੋਕੀ ਹੈ। ਉਸ ਮਤਾਬ ਸਿੰਘ ਦਾ ਪੋਤਰਾ ਸੀ ਭਾਈ ਰਤਨ ਸਿੰਘ ਭੰਗੂ। ਉਸਨੇ ਸਿੱਖ ਇਤਿਹਾਸ ਦੀ ਮਹਾਨ ਪੁਸਤਕ ਪੰਥ ਪ੍ਰਕਾਸ਼ ਲਿਖੀ ਹੈ, ਕਿਉਂਕਿ ਸਨ 1803 ਵਿੱਚ ਅੰਗਰੇਜ਼ਾਂ ਨੇ ਦਿੱਲੀ ਦੇ ਵਿੱਚ ਕਬਜ਼ਾ ਕੀਤਾ। ਪਹਿਲਾਂ ਜਦੋਂ ਉਹ ਦਿੱਲੀ ਵਿੱਚ ਵੜੇ ਤੇ ਉਹਨਾਂ ਨੇ ਸ਼ਾਹ ਆਲਮ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਦਾ ਪਿਓ ਉਹਦੇ ਕੋਲੋਂ ਪੁੱਛਿਆ ਵੀ ਇਹ ਜਿਹੜੇ ਉੱਤਰੀ ਭਾਰਤ ਉੱਤੇ ਦਾੜੀਆਂ ਵਾਲੇ, ਕੇਸਾਂ ਵਾਲੇ, ਦਸਤਾਰਾਂ ਵਾਲੇ, ਕਿਰਪਾਨਾਂ ਵਾਲੇ ਰਾਜ ਕਰਦੇ ਨੇ, ਇਹ ਕੌਣ ਨੇ? ਸ਼ਾਹ ਆਲਮ ਬਾਦਸ਼ਾਹ ਨੇ ਆਖਿਆ ਜੀ ਇਹ ਜਰੈਮ ਪੇਸ਼ਾ ਕੌਮ ਹੈ, ਇਹ ਲੁਟੇਰੇ ਨੇ, ਇਹ ਡਾਕੂ ਨੇ। ਅੰਗਰੇਜ਼ਾਂ ਨੇ ਉਹ ਗੱਲ ਲਿਖ ਲਈ, ਪਰ ਅੰਗਰੇਜ਼ ਕੋਈ ਵੀ ਗੱਲ ਸੁਣੀ ਸੁਣਾਈ ਨਹੀਂ ਸੀ ਮੰਨਿਆ ਕਰਦੇ। ਉਹ ਹਰ ਗੱਲ ਦੀ ਤਫਤੀਸ਼ ਕਰਦੇ ਸਨ। ਇਸ ਗੱਲ ਦੀ ਅਸਲੀਅਤ ਨੂੰ ਜਾਣਨ ਵਾਸਤੇ ਉਹਨਾਂ ਨੇ ਇੱਕ ਕੈਪਟਨ ਮਰੀ ਨਾਮ ਦਾ ਜਰਨੈਲ ਸੀ, ਲੁਧਿਆਣੇ ਰਹਿੰਦਾ ਸੀ। ਲੁਧਿਆਣਾ, ਅੰਬਾਲਾ ਤੇ ਕਰਨਾਲ ਤਿੰਨੇ ਜ਼ਿਲ੍ਹਿਆਂ ਦਾ ਇੱਕੋ ਹੀ ਡਿਪਟੀ ਕਮਿਸ਼ਨਰ ਸੀ ਕੈਪਟਨ ਮਰੀ। ਉਸ ਦੀ ਡਿਊਟੀ ਲਾਈ ਵੀ ਤੂੰ ਪਤਾ ਕਰਕੇ ਦੱਸ ਕਿ ਜਿਹੜੇ ਇਹ ਪੰਜਾਬ ਵਿੱਚ ਰਾਜ ਕਰਦੇ ਨੇ ਸਿੱਖ, ਇਹਨਾਂ ਦਾ ਅਸਲੀ ਇਤਿਹਾਸ ਕੀ ਹੈ, ਇਹਨਾਂ ਦੀ ਹਿਸਟਰੀ ਕੀ ਹੈ। ਤੇ ਸਾਧ ਸੰਗਤ ਜੀ, ਕੈਪਟਨ ਮਰੀ ਨੇ ਪੰਜਾਬ ਦੇ ਵਿੱਚ ਕਈ ਬੰਦਿਆਂ ਨੂੰ ਪੁੱਛਿਆ ਜਿਹੜੇ ਹਿਸਟਰੀ ਲਿਖਦੇ ਸਨ, ਇਤਿਹਾਸ ਲਿਖਦੇ ਸਨ। ਉਹਨਾਂ ਵਿੱਚੋਂ ਇੱਕ ਬੂਟੇ ਸ਼ਾਹ ਮੌਲਵੀ ਨੇ ਹਾਮੀ ਭਰ ਦਿੱਤੀ ਕਿ ਮੈਂ ਸਿੱਖਾਂ ਦਾ ਇਤਿਹਾਸ ਲਿਖ ਕੇ ਤੁਹਾਨੂੰ ਦਿਆਂਗਾ। ਬੂਟੇ ਸ਼ਾਹ ਮੌਲਵੀ ਇਤਿਹਾਸ ਲਿਖ ਰਿਹਾ ਸੀ ਕਿ ਭਾਈ ਰਤਨ ਸਿੰਘ ਜੀ ਕਿਸੇ ਕੰਮ ਲੁਧਿਆਣੇ ਚਲੇ ਗਏ। ਭਾਈ ਰਤਨ ਸਿੰਘ ਨੇ ਲੁਧਿਆਣੇ ਕਚਹਿਰੀ ਦੇ ਵਿੱਚ ਜਾ ਕੇ ਜਦੋਂ ਕੈਪਟਨ ਮਰੀ ਨਾਲ ਮੁਲਾਕਾਤ ਕੀਤੀ, ਕੈਪਟਨ ਮਰੀ ਨੇ ਦੱਸਿਆ ਕਿ ਸਰਦਾਰ ਜੀ ਮੈਂ ਤੁਹਾਡਾ ਸਿੱਖਾਂ ਦਾ ਇਤਿਹਾਸ ਲਿਖਵਾ ਰਿਹਾ ਹਾਂ, ਔਰ ਜਿਸ ਦਿਨ ਇਹ ਕਿਤਾਬ ਲਿਖੀ ਜਾਏਗੀ ਉਸ ਦਿਨ ਇਸ ਕਿਤਾਬ ਨੂੰ ਇੰਗਲੈਂਡ ਮਹਾਰਾਣੀ ਦੇ ਕੋਲ ਭੇਜਿਆ ਜਾਏਗਾ, ਤੁਹਾਡਾ ਇਤਿਹਾਸ ਪੂਰੀ ਦੁਨੀਆ 'ਚ ਭੇਜਿਆ ਜਾਏਗਾ। ਭਾਈ ਰਤਨ ਸਿੰਘ ਨੇ ਪੁੱਛਿਆ ਕੈਪਟਨ ਮਰੀ ਕੋਲੋਂ ਕਿ ਕੈਪਟਨ ਸਾਹਿਬ ਜਿਹੜੀ ਕਿਤਾਬ ਤੁਸੀਂ ਸਾਡਾ ਇਤਿਹਾਸ ਲਿਖਵਾ ਰਹੇ ਹੋ ਸਿੱਖਾਂ ਦਾ, ਉਹ ਕੌਣ ਲਿਖ ਰਿਹਾ ਹੈ? ਕੈਪਟਨ ਮਰੀ ਕਹਿਣ ਲੱਗਾ ਇੱਕ ਬੂਟੇ ਸ਼ਾਹ ਮੌਲਵੀ ਹੈ, ਉਹ ਤੁਹਾਡੀ ਹਿਸਟਰੀ ਲਿਖ ਰਿਹਾ ਹੈ ਔਰ ਉਹ ਤੁਹਾਡੀ ਹਿਸਟਰੀ ਇੰਗਲੈਂਡ ਭੇਜੀ ਜਾਣੀ ਹੈ। ਰਤਨ ਸਿੰਘ ਨੇ ਲਿਖਿਆ ਪੰਥ ਪ੍ਰਕਾਸ਼ ਵਿੱਚ, ਕਹਿੰਦਾ ਮੇਰਾ ਮੱਥਾ ਠਣਕਿਆ, ਵਹ ਮੌਲਵੀ ਹੈ ਮੁਸਲਮਾਨ, ਕਬ ਸਿੰਘਨ ਜਸ ਕਰੈ ਬਖਾਨ। ਉਹ ਮੌਲਵੀ ਕਦੀ ਖਾਲਸੇ ਦੀ ਵਡਿਆਈ ਨਹੀਂ ਲਿਖ ਸਕਦਾ, ਕਦੀ ਖਾਲਸੇ ਦੀ ਤਾਰੀਫ ਨਹੀਂ ਲਿਖ ਸਕਦਾ, ਜ਼ਰੂਰ ਕਿਤੇ ਨਾ ਕਿਤੇ ਉਹ ਸਿੱਖਾਂ ਦੇ ਇਤਿਹਾਸ ਨੂੰ ਗਹਿਰੀ ਸੱਟ ਮਾਰੇਗਾ। ਕਹਿਣ ਲੱਗਾ ਕੈਪਟਨ ਸਾਹਿਬ ਇੰਗਲੈਂਡ ਭੇਜਣ ਤੋਂ ਪਹਿਲਾਂ ਕਿਤਾਬ ਮੈਨੂੰ ਜ਼ਰੂਰ ਦਿਖਾਇਆ ਜੇ, ਉਹ ਕਿਤਾਬ ਮੈਂ ਪੜਾਂਗਾ, ਫਿਰ ਇੰਗਲੈਂਡ ਭੇਜਿਆ ਜੇ। ਉਹ ਕਿਤਾਬ ਅਜੇ ਅੱਧੀ ਕੁ ਲਿਖੀ ਸੀ, ਕੈਪਟਨ ਮਰੀ ਨੇ ਉਸੇ ਦਿਨ ਹੀ ਮੰਗਵਾ ਲਈ। ਕਹਿਣ ਲੱਗਾ ਆ ਵੇਖ ਲਓ ਸਰਦਾਰ ਜੀ, ਤੁਸੀਂ ਪੜ੍ਹ ਕੇ, ਫਾਰਸੀ ਦੇ ਵਿੱਚ ਕਿਤਾਬ ਲਿਖੀ ਸੀ, ਉਹਦਾ ਨਾਮ ਹੈ ਤਾਰੀਖ ਸਿੱਖਾਂ, ਸਿੱਖਾਂ ਦੀ ਤਵਾਰੀਖ। ਮੌਲਵੀ ਦੀ ਲਿਖੀ ਕਿਤਾਬ ਨੂੰ ਭਾਈ ਰਤਨ ਸਿੰਘ ਨੇ ਪੜ੍ਹਿਆ ਫਾਰਸੀ ਦੇ ਵਿੱਚ, ਉਹਨਾਂ ਨੇ ਸਿਰ ਫੇਰ ਦਿੱਤਾ। ਭਾਈ ਸਾਹਿਬ ਕਹਿੰਦੇ ਨੇ ਇਨ ਗੱਲ ਸਿੰਘਨ ਕਹੀ ਨਾ ਸਾਰੀ, ਇਸ ਮੌਲਵੀ ਨੇ ਸਾਡਾ ਇਤਿਹਾਸ ਪੂਰਾ ਨਹੀਂ ਦੱਸਿਆ, ਇਹਨੇ ਸਾਡੇ ਬਹਾਦਰ ਸੂਰਬੀਰ ਯੋਧਿਆਂ ਦੀਆਂ ਸ਼ਹਾਦਤਾਂ ਨਹੀਂ ਦੱਸੀਆਂ, ਇਹਨੇ ਗੁਰੂ ਅਰਜਨ ਦੇਵ ਜੀ ਦੇ ਤੱਤੀ ਤਵੀ ਤੇ ਬਹਿ ਕੇ ਝੱਲੇ ਹੋਏ ਦਸੀਆਂ ਦਾ ਜ਼ਿਕਰ ਨਹੀਂ ਕੀਤਾ, ਇਹਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਚਾਂਦਨੀ ਚੌਂਕ ਦੀ ਸ਼ਹਾਦਤ ਦਾ ਜ਼ਿਕਰ ਨਹੀਂ ਕੀਤਾ, ਇਹਨੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਤੇ ਪਰਦਾ ਪਾਇਆ ਹੈ, ਇਹਨੇ ਖਾਲਸੇ ਦੇ ਇਤਿਹਾਸ ਨੂੰ ਸਹੀ ਢੰਗ ਨਾਲ ਨਹੀਂ ਦੱਸਿਆ। ਜਦੋਂ ਇਹ ਗੱਲ ਕਹੀ, ਉਹ ਮੌਲਵੀ ਕੈਪਟਨ ਮਰੀ ਕਹਿਣ ਲੱਗਾ ਸਰਦਾਰ ਜੀ ਫਿਰ ਤੁਹਾਡਾ ਇਤਿਹਾਸ ਤੁਸੀਂ ਲਿਖ ਕੇ ਦਿਓ। ਭਾਈ ਰਤਨ ਸਿੰਘ ਨੇ ਉਸ ਕੈਪਟਨ ਮਰੀ ਅੰਗਰੇਜ਼ ਨੂੰ ਜੋ ਇਤਿਹਾਸ ਆਪਣੇ ਖਾਲਸੇ ਦਾ, ਆਪਣੇ ਬਜ਼ੁਰਗਾਂ ਦਾ, ਸਿੰਘਾਂ ਸ਼ਹੀਦਾਂ ਦਾ 18ਵੀਂ ਸਦੀ ਦਾ ਇਤਿਹਾਸ ਸਾਰਾ ਲਿਖਵਾਇਆ। ਉਹ ਖਾਲਸੇ ਦਾ ਇਤਿਹਾਸ, ਉਸ ਗ੍ਰੰਥ ਦਾ ਨਾਮ ਬਣਿਆ ਸ੍ਰੀ ਗੁਰੂ ਪੰਥ ਪ੍ਰਕਾਸ਼।
महारानी विक्टोरिया दे कोल इंग्लैंड पहुंचिया ते उथों 360 ਜਿਹੜੀਆਂ ਵੱਡੀਆਂ ਲਾਇਬ੍ਰੇਰੀਆਂ ਸਨ ਦੁਨੀਆ ਦੀਆਂ, ਉਹਨਾਂ ਵਿੱਚ ਉਹ ਕਾਪੀਆਂ ਇਤਿਹਾਸ ਦੀਆਂ ਫਾਈਲਾਂ ਦੇ ਰੂਪ 'ਚ ਅਜੇ ਵੀ ਪਈਆਂ ਹਨ। ਅੰਗਰੇਜ਼ ਪੜ੍ਹਦੇ ਹਨ, ਦੂਸਰੀਆਂ ਕੌਮਾਂ ਦੇ ਵਿਦਵਾਨ ਪੜ੍ਹਦੇ ਹਨ। ਅਫਸੋਸ ਹੈ ਸਾਡੇ ਸਿੱਖ ਨਹੀਂ ਪੜ੍ਹਦੇ। ਆਪਣੇ ਬਜ਼ੁਰਗਾਂ ਦਾ, ਮਹਾਨ ਸ਼ਹੀਦਾਂ ਦਾ ਔਰ ਭਾਈ ਮਤਾਬ ਸਿੰਘ ਦੇ ਪੋਤਰੇ ਦੇ ਹੱਥ ਦਾ ਲਿਖਿਆ ਇਤਿਹਾਸ ਪੰਥ ਪ੍ਰਕਾਸ਼ ਸਾਨੂੰ ਨਹੀਂ ਪਤਾ ਕਿ ਸਾਡੇ ਬਜ਼ੁਰਗਾਂ ਨੇ ਕਿੰਨੀਆਂ ਘਾਲਣਾ ਘਾਲੀਆਂ, ਸਾਡੇ ਬਾਰੇ ਲਿਖਿਆ, ਸਾਨੂੰ ਸੁਚੇਤ ਕਰਨ ਲਈ, ਸਾਨੂੰ ਜਗਾਉਣ ਵਾਸਤੇ ਕਿੰਨੀਆਂ ਕੁਰਬਾਨੀਆਂ ਕੀਤੀਆਂ, ਸਾਨੂੰ ਕੋਈ ਪਤਾ ਨਹੀਂ। ਉਹ ਸਾਡੀ ਅਣਗਹਿਲੀ ਦਾ, ਸਾਡੇ ਅਣਜਾਣਪੁਣੇ ਦਾ ਫਾਇਦਾ ਕੁਝ ਲੋਕ ਉਠਾ ਕੇ ਕਿੰਤੂ ਪਰੰਤੂ ਕਰ ਰਹੇ ਨੇ ਗੁਰੂ ਕੀ ਬਾਣੀ ਉੱਤੇ। ਮੈਂ ਅਰਜ਼ ਕਰ ਰਿਹਾ ਸੀ, ਜਦੋਂ ਮਹਾਰਾਜ 10ਵੇਂ ਪਾਤਸ਼ਾਹ ਅਮਰ ਛਕਾਉਣ ਲੱਗੇ, ਬਾਟੇ ਤੇ ਬਾਣੀ ਪੜ ਰਹੇ ਨੇ ਤੇ ਰਤਨ ਸਿੰਘ ਭੰਗੂ ਪੰਥ ਪ੍ਰਕਾਸ਼ ਵਿੱਚ ਲਿਖਦਾ ਹੈ, ਤੇਜ ਤੇਜ ਜੋ ਚੰਡੀ ਬਾਣੀ ਸ੍ਰੀ ਮੁਖ ਅੰਮ੍ਰਿਤ ਮੱਧ ਬਖਾਣੀ। ਚੰਡੀ ਬਾਣੀ ਜੋਸ਼ ਵਾਲੀ ਬਾਣੀ। ਆ ਜਾਪ ਸਾਹਿਬ ਪੜ੍ਹਦੇ ਆ, ਕਦੀ ਛੰਦਾਂ ਦੀ ਚਾਲ ਨਾਲ ਪੜ੍ਹੋ ਜਾਪ ਸਾਹਿਬ, ਕਿਤਨਾ ਕਮਾਲ ਹੈ। ਨਮੋ ਸ਼ਸਤਰ ਪਾਣੇ, ਨਮਸਕਾਰ ਹੈ ਵਾਹਿਗੁਰੂ ਤੈਨੂੰ, ਤੂੰ ਸ਼ਸਤਰ ਧਾਰੀ ਹੈ। ਸਾਧ ਸੰਗਤ ਜੀ, ਸ਼ਸਤਰਾਂ ਦੀ ਸ਼ਕਤੀ ਨੂੰ ਪਹਿਲੀ ਸਰਵੋਤਮ ਸ਼ਕਤੀ ਮੰਨਿਆ ਗਿਆ ਹੈ। ਇਸੇ ਕਰਕੇ ਤੁਹਾਡੇ ਗੁਰਦੁਆਰਿਆਂ ਦੇ ਵਿੱਚ ਜਿਹੜੇ ਨਿਸ਼ਾਨ ਸਾਹਿਬ ਲੱਗੇ ਨੇ, ਹਿੰਦੂਆਂ ਦੇ ਮੰਦਰਾਂ ਵਿੱਚ ਵੀ ਨਿਸ਼ਾਨ ਲੱਗੇ ਨੇ, ਮੁਸਲਮਾਨਾਂ ਦੀਆਂ ਮਸੀਤਾਂ ਵਿੱਚ ਵੀ ਨਿਸ਼ਾਨ ਹਰੇ ਰੰਗ ਦੇ ਹੈਦਰੀ ਝੰਡੇ ਲੱਗੇ ਨੇ, ਈਸਾਈਆਂ ਦੇ ਗਿਰਜੇ ਵਿੱਚ ਵੀ ਝੰਡਾ ਲੱਗਾ ਹੈ। ਸਾਧ ਸੰਗਤ ਜੀ, ਹਰ ਧਰਮ ਦੇ ਕੋਲ, ਹਰ ਦੇਸ਼ ਦੇ ਕੋਲ, ਹਰ ਕੌਮ ਦੇ ਕੋਲ ਝੰਡਾ ਹੈ, ਪਰ ਐਸੀ ਕੌਮ ਕੋਈ ਨਹੀਂ ਜਿਸ ਕੌਮ ਦੇ ਝੰਡੇ ਤੇ ਖੰਡਾ ਹੋਵੇ। ਦੱਸੋ, ਇੱਕ ਖਾਲਸੇ ਤੋਂ ਇਲਾਵਾ ਕਿਸੇ ਕੌਮ ਦੇ ਝੰਡੇ ਤੇ ਖੰਡਾ ਨਹੀਂ, ਖਾਲਸੇ ਦੇ ਨਿਸ਼ਾਨ ਸਾਹਿਬ ਤੇ ਖੰਡਾ ਹੈ। ਕਦੀ ਵਿਚਾਰ ਕੀਤੀ ਹੈ ਵੀ ਸਾਡੇ ਕੋਲ ਹੀ ਖੰਡਾ ਕਿਉਂ ਹੈ, ਦੂਜਿਆਂ ਕੋਲ ਕਿਉਂ ਨਹੀਂ? ਕਿਉਂਕਿ ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਨੇ, ਅਸ ਕਿਰਪਾਨ ਖੰਡੋ ਖੜਗ ਤੁਪਕ ਤਵਰ ਅਰ ਤੀਰ ਸਾਹਿਬ ਸਰੋਹੀ ਸਹਿਤੀ ਯਹ ਹਮਾਰੇ ਪੀਰ। ਜਿਤੇ ਸ਼ਸਤਰ ਨਾਮੰ, ਜਿੰਨੇ ਸ਼ਸਤਰ ਹਨ, ਨਮਸਕਾਰ ਤਾਮੰ, ਉਹਨਾਂ ਨੂੰ ਮੇਰੀ ਨਮਸਕਾਰ ਹੈ। ਬਾਦਸ਼ਾਹ ਬਹਾਦਰ ਸ਼ਾਹ ਨੇ ਆਗਰੇ ਭਰੇ ਦਰਬਾਰ 'ਚ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪੁੱਛਿਆ, ਗੁਰੂ ਜੀ ਤੁਸੀਂ ਜ਼ਿੰਦਗੀ ਦੇ ਬੜੇ ਤਜਰਬੇ ਕੀਤੇ ਨੇ, ਤੁਸੀਂ ਬੜੇ ਮਹਾਂਪੁਰਸ਼ ਹੋ, ਮੈਂ ਸੁਣਿਆ ਵੀ ਕੋਈ ਕਰਾਮਾਤ ਹੁੰਦੀ ਹੈ, ਤੁਸੀਂ ਦੱਸੋ ਵੀ ਕਰਾਮਾਤ ਕਿਹੋ ਜਿਹੀ ਹੁੰਦੀ ਹੈ ਤੇ ਕਰਾਮਾਤ ਕੀ ਹੁੰਦੀ ਹੈ? ਹਜ਼ੂਰ 10ਵੇਂ ਪਾਤਸ਼ਾਹ ਸੁਣ ਕੇ ਆਪਣੀ ਜੇਬ 'ਚ ਹੱਥ ਪਾਇਆ ਤੇ ਆਪਣੀ ਜੇਬ ਵਿੱਚੋਂ ਸੋਨੇ ਦੀਆਂ ਮੋਹਰਾਂ ਕੱਢ ਕੇ ਕਹਿਣ ਲੱਗੇ, ਬਾਦਸ਼ਾਹ ਆਹ ਕਰਾਮਾਤ ਹੁੰਦੀ ਹੈ। ਪੈਸਾ, ਧਨ, ਦੌਲਤ ਕਰਾਮਾਤ ਹੈ। ਜਿਹਦੇ ਕੋਲ ਪੈਸਾ ਹੈ, ਪੈਸੇ ਦੀ ਚਮਕ ਨਾਲ ਕੁਝ ਵੀ ਕਰ ਲੈਂਦਾ ਹੈ। ਕਹਿੰਦਾ, ਗੁਰੂ ਜੀ ਇਸ ਕਰਾਮਾਤ ਦਾ ਮੈਨੂੰ ਪਤਾ ਹੈ। ਕਈ ਚੀਜ਼ਾਂ ਐਸੀਆਂ ਨੇ ਜਿਹਦਾ ਸਾਨੂੰ ਪਤਾ ਹੁੰਦਾ ਪਰ ਖਿਆਲ ਨਹੀਂ ਆਉਂਦਾ। ਹੁਣ ਪੈਸੇ ਦਾ ਸਾਨੂੰ ਸਾਰਿਆਂ ਨੂੰ ਪਤਾ ਹੈ, ਪਰ ਪੈਸੇ ਦੀ ਕਰਾਮਾਤ ਕੀ ਹੈ ਇਹਦਾ ਖਿਆਲ ਕਦੀ ਕਦੀ ਆਉਂਦਾ। ਜਦੋਂ ਜੇਬ ਖਾਲੀ ਹੋਵੇ ਉਦੋਂ ਪਤਾ ਲੱਗਦਾ ਵੀ ਪੈਸੇ ਦੀ ਕੀ ਅਹਿਮੀਅਤ ਹੈ। ਜਦੋਂ ਪੈਸਾ ਕੋਲ ਨਾ ਹੋਵੇ ਉਦੋਂ ਬੰਦਾ 10 ਰੁਪਏ ਵਾਸਤੇ ਵੀ ਇੰਨਾ ਕੁਝ ਅੰਦਰ ਪਿਆ ਤੇ ਬਾਹਰ ਲੋਹੇ ਦਾ ਤਾਲਾ ਕਿਉਂ ਲਾਇਆ? ਤੇ ਜਵਾਬ ਇਹ ਆ ਵੀ ਅੰਦਰਲੀਆਂ ਪਈਆਂ ਚੀਜ਼ਾਂ ਨੂੰ ਬਚਾਉਣ ਵਾਸਤੇ ਬਾਹਰ ਲੋਹੇ ਦਾ ਤਾਲਾ ਲਾਇਆ। ਅੰਦਰ ਪਈਆਂ ਚੀਜ਼ਾਂ ਨੂੰ ਸਾਂਭਣ ਵਾਸਤੇ ਕੁੱਤਾ ਰਾਖੀ ਲਈ ਰੱਖਿਆ। ਕਹਿੰਦੇ ਬਾਗ ਦੇ ਵਿੱਚ ਅਮਰੂਦ ਲੱਗੇ ਨੇ, ਸੇਬ ਲੱਗੇ ਨੇ, ਸੰਤਰੇ ਲੱਗੇ ਨੇ, ਬਾਗ ਵਿੱਚ ਬੜੇ ਬੜੇ ਸੋਹਣੇ ਫਲ ਲੱਗੇ ਨੇ, ਪਰ ਬਾਗ ਦੇ ਆਲੇ ਦੁਆਲੇ ਕਿੱਕਰ ਕਿਉਂ ਲਾਏ ਹੋਏ ਨੇ? ਕਹਿੰਦੇ ਕਿੱਕਰ ਆਸ ਪਾਸ ਜਿਉਂ ਬੱਗ ਹੈ। ਭਾਈ ਗੁਰਦਾਸ ਦੀ ਬਾਣੀ ਕਹਿੰਦੇ ਉਹ ਕਿਉਂ ਹੈ ਬਾਗ ਦੇ ਆਲੇ ਦੁਆਲੇ ਕਿੱਕਰ? ਇਸ ਕਰਕੇ ਕਿ ਕੋਈ ਅਵਾਰਾ ਪਸ਼ੂ ਇਸ ਵਾੜ ਨੂੰ ਟੱਪ ਕੇ ਕਿਤੇ ਅੰਦਰ ਨਾ ਜਾ ਵੜੇ।
ਤੇ ਬਾਗ ਦੇ ਫਲਾਂ ਦਾ ਨੁਕਸਾਨ ਨਾ ਕਰ ਦੇਵੇ, ਕਿੱਕਰ ਦੀ ਵਾੜ ਕੀਤੀ ਹੋਈ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਐਸਾ ਖਾਲਸਾ ਸਾਜਿਆ, ਐਸੀ ਫੌਜ ਬਣਾਈ, ਐਸੀ ਬਾਣੀ ਦਿੱਤੀ, ਐਸੀ ਸ਼ਕਤੀ ਭਰੀ ਕਿ ਉਸ ਬਾਣੀ ਨੂੰ ਪੜ੍ਹ ਕੇ ਜੋ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਸੀ ਉਹਨੂੰ ਸਾਂਭਣ ਵਾਲੇ ਪੈਦਾ ਹੋ ਗਏ, ਉਹਦੀ ਰਾਖੀ ਕਰਨ ਵਾਲੇ ਪੈਦਾ ਹੋ ਗਏ। ਤੇ ਦਸਮ ਗ੍ਰੰਥ ਦਾ ਅੱਜ ਤੱਕ ਦਾ ਜੋ ਮਹੱਤਵ ਹੈ, ਜੇ ਉਸ ਦੇ ਉੱਤੇ ਚਾਨਣਾ ਪਾਇਆ ਜਾਵੇ, ਸਮਾਂ ਬਹੁਤ ਲੱਗਦਾ ਹੈ ਸਾਧ ਸੰਗਤ ਜੀ। ਕਿਸੇ ਪ੍ਰਾਚੀਨ ਸਿੰਘ ਨੇ ਦਸਮ ਗ੍ਰੰਥ ਤੇ ਕਿੰਤੂ ਨਹੀਂ ਕੀਤਾ। ਸਾਡੇ ਕੋਲ 3 ਤਰ੍ਹਾਂ ਦੇ ਵਿਅਕਤੀ, 3 ਤਰ੍ਹਾਂ ਦੇ ਮਹਾਂਪੁਰਸ਼, 3 ਤਰ੍ਹਾਂ ਦੇ ਲੋਕ ਹਨ। ਇੱਕ ਤਾਂ ਸਾਡੇ ਜਰਨੈਲ ਹਨ, ਫੌਜੀ ਜਰਨੈਲ। ਕਿਹੜੇ ਕਿਹੜੇ? ਬਾਬਾ ਬੰਦਾ ਸਿੰਘ ਬਹਾਦਰ। ਇਹ ਨਾਂ ਤੁਸੀਂ ਗਿਣੀ ਜਾਇਆ ਜੇ, ਯਾਦ ਰੱਖਿਆ ਜੇ। ਜਿਹੜੇ ਦਸਮ ਗ੍ਰੰਥ ਤੇ ਕਿੰਤੂ ਕਰਦੇ ਨੇ ਉਹਨਾਂ ਨੂੰ ਪੁੱਛਿਆ ਜੇ। ਬਾਬਾ ਬੰਦਾ ਸਿੰਘ ਬਹਾਦਰ, ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਅਕਾਲੀ ਫੂਲਾ ਸਿੰਘ, ਹਰੀ ਸਿੰਘ ਨਲੂਆ, ਮਹਾਰਾਜਾ ਰਣਜੀਤ ਸਿੰਘ, ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਤੱਕ ਸਾਡੀ ਫੌਜ ਦੇ ਲੜਾਕੇ ਜਰਨੈਲ ਹੋਏ ਨੇ। ਇਹਨਾਂ ਵਿੱਚੋਂ ਅਤੇ ਹੋਰ ਸਾਰੇ ਜਰਨੈਲਾਂ ਵਿੱਚੋਂ ਕਿਸੇ ਜਰਨੈਲ ਨੇ ਦਸਮ ਗ੍ਰੰਥ ਤੇ ਕਿੰਤੂ ਕੀਤਾ? ਅੱਜ ਇੰਡੀਆ ਦੀ ਪੂਰੀ ਭਾਰਤੀ ਫੌਜ ਦਾ ਜਰਨੈਲ ਜਿਹੜਾ ਜੇ ਸਿੰਘ ਸਰਦਾਰ ਹੈ, ਤੇ ਤੁਸੀਂ ਉਹਨੂੰ ਜਾ ਕੇ ਪੁੱਛੋ ਵੀ ਅੱਜ ਜਦੋਂ ਇੰਡੀਆ ਫੌਜ ਦੇ ਵਿੱਚ ਪ੍ਰੇਅਰ ਹੁੰਦੀ ਹੈ, ਸਿੱਖ ਰੈਜੀਮੈਂਟ ਵਿੱਚ ਪ੍ਰੇਅਰ ਹੁੰਦੀ ਹੈ, ਉਸ ਵੇਲੇ ਕਿਹੜੀ ਬਾਣੀ ਪੜ੍ਹੀ ਜਾਂਦੀ ਹੈ? ਉਸ ਵੇਲੇ ਦਸਮ ਗ੍ਰੰਥ ਦੀ ਬਾਣੀ ਪੜ੍ਹੀ ਜਾਂਦੀ ਹੈ। ਦੇ ਸ਼ਿਵਾ ਬਰ ਮੋਹਿ ਇਹ ਸੁਭ ਕਰਮਨ ਤੇ ਕਬਹੂ ਨਾ ਟਰੋ, ਨਾ ਟਰੋ ਅਰਸੋਂ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ। ਦਸਮ ਗ੍ਰੰਥ ਦੀ ਬਾਣੀ ਪੜ੍ਹ ਕੇ ਫੌਜਾਂ ਜੰਗ ਨੂੰ ਚੜ੍ਹਦੀਆਂ ਨੇ ਅੱਜ ਵੀ। ਤੇ 300 ਸਾਲ ਤੋਂ ਸਾਡੇ ਜਰਨੈਲ ਸਾਰੇ ਹੀ ਦਸਮ ਦੀ ਬਾਣੀ ਤੇ ਸ਼ਰਧਾ ਰੱਖਦੇ ਰਹੇ ਨੇ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਪਟਿਆਲਾ ਯੂਨੀਵਰਸਿਟੀ ਵਿੱਚ ਕੁਝ ਪ੍ਰੋਫੈਸਰਾਂ ਨੇ ਸਵਾਲ ਕਰਕੇ ਪੁੱਛਿਆ ਕਿ ਸੰਤ ਜੀ ਦਸਮ ਗ੍ਰੰਥ ਬਾਰੇ ਤੁਸੀਂ ਦੱਸੋ, ਕੀ ਤੁਹਾਡਾ ਵਿਚਾਰ ਹੈ? ਤੇ ਸੰਤਾਂ ਨੇ ਆਖਿਆ ਸੀ ਕਿ ਦਸਮ ਗ੍ਰੰਥ ਦਾ ਤੇ ਖਾਲਸੇ ਪੰਥ ਦਾ ਡੂੰਘਾ ਰਿਸ਼ਤਾ ਹੈ, ਨੋਹ ਤੇ ਮਾਸ ਤੋਂ ਵੀ ਵੱਧ ਕੇ, ਕਿਉਂਕਿ ਖਾਲਸਾ ਪੈਦਾ ਹੀ ਦਸਮ ਦੀ ਬਾਣੀ ਚ ਹੁੰਦਾ ਹੈ, ਵੀਰ ਰਸ ਨਾਲ ਯੋਧਾ ਬਣਦਾ ਹੈ। ਤੇ ਇੱਕ ਗੱਲ ਅੱਗੇ ਕਹਿੰਦੇ, ਹਾਂ ਇੱਕ ਗੱਲ ਹੋਰ, ਏਦਾਂ ਜੋ ਉਹਨਾਂ ਦੀ ਵਰਡਿੰਗ ਸੀ, ਜੋ ਉਹਨਾਂ ਦੇ ਮੂੰਹ ਤੋਂ ਬਚਨ ਨਿਕਲੇ, ਮੈਂ ਉਹ ਤੁਹਾਡੇ ਨਾਲ ਸਾਂਝੇ ਕਰ ਰਿਹਾ। ਸੰਤ ਕਹਿਣ ਲੱਗੇ, ਕਹਿੰਦੇ ਇੱਕ ਗੱਲ ਹੋਰ, ਸੂਰਬੀਰ ਧਰਮੀ ਯੋਧਿਆਂ ਦੇ ਇਸ ਗ੍ਰੰਥ ਦੀ ਰਮਜ ਨੂੰ ਕਾਇਰ ਨਹੀਂ ਸਮਝ ਸਕਦੇ। ਇਹ ਗੱਲ ਸੰਤਾਂ ਨੇ ਕਹੀ ਸੀ। ਯੋਧਿਆਂ ਦਾ ਗ੍ਰੰਥ ਹੈ, ਯੋਧੇ ਸਮਝ ਸਕਦੇ ਨੇ, ਕਾਇਰ ਨਹੀਂ ਸਮਝ ਸਕਦੇ। ਤੇ ਸਾਧ ਸੰਗਤ ਜੀ, ਦੂਸਰੇ ਇੱਕ ਤਾਂ ਹੋ ਗਏ ਜਰਨੈਲ, ਫੌਜੀ ਜਰਨੈਲ, ਜਿਹੜੇ ਸਾਡੀ ਕੌਮ ਦੀ ਸਮੇਂ-ਸਮੇਂ ਅਗਵਾਈ ਕਰਦੇ ਰਹੇ, ਬਾਬਾ ਬੰਦੇ ਬਹਾਦਰ ਤੋਂ ਲੈ ਕੇ ਅੱਜ ਤੱਕ। ਤੇ ਦੂਜੇ ਨੇ ਵਿਦਵਾਨ, ਸਾਡੀ ਕੌਮ ਦੇ ਵਿਦਵਾਨ, ਸਰਵਪ੍ਰਥਮ ਭਾਈ ਮਨੀ ਸਿੰਘ ਜੀ, ਜਿਨ੍ਹਾਂ ਨੇ ਆਪਣੀ ਕਲਮ ਨਾਲ ਸਾਰਾ ਦਸਮ ਗ੍ਰੰਥ ਲਿਖਿਆ। ਦਸਮ ਗ੍ਰੰਥ ਦੇ ਲਿਖਾਰੀ ਭਾਈ ਮਨੀ ਸਿੰਘ ਜੀ ਨੇ ਲਿਖਿਆ। ਤੇ ਭਾਈ ਮਨੀ ਸਿੰਘ ਜੀ ਨੇ ਲਿਖਿਆ ਕਿ ਖਾਲਸਾ ਜੀ, ਜਿਹੜੀ ਆਦ ਬਾਣੀ ਹੋਈ ਹੈ ਨਾ ਗੁਰੂ ਗ੍ਰੰਥ ਸਾਹਿਬ ਦੀ, ਇਹ ਭਗਤੀ ਮਈ ਸਿੱਖਾਂ ਨੂੰ ਗਿਆਨ ਕਰਾਉਣ ਵਾਸਤੇ ਹੈ, ਔਰ ਜਿਹੜੀ ਦਸਮ ਦੀ ਬਾਣੀ ਹੈ ਇਹ ਖਾਲਸੇ ਅੰਦਰ ਯੁੱਧ ਦੀ ਭਾਵਨਾ ਭਰਨ ਵਾਸਤੇ ਹੈ। ਉਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ, ਭਾਈ ਸੰਤੋਖ ਸਿੰਘ ਜੀ, ਗਿਆਨੀ ਗਿਆਨ ਸਿੰਘ ਜੀ, ਪੰਡਤ ਤਾਰਾ ਸਿੰਘ ਜੀ ਨਰੋਤਮ, ਭਾਈ ਕਾਹਨ ਸਿੰਘ ਨਾਭਾ, ਡਾਕਟਰ ਭਾਈ ਵੀਰ ਸਿੰਘ, ਡਾਕਟਰ ਬਲਬੀਰ ਸਿੰਘ, ਡਾਕਟਰ ਤਾਰਨ ਸਿੰਘ, ਪ੍ਰੋਫੈਸਰ ਪਿਆਰਾ ਸਿੰਘ ਪਦਮ, ਅੱਜ ਤੱਕ ਜਿੰਨੇ ਸਿੱਖ ਵਿਦਵਾਨ ਨੇ ਸਾਰੇ ਦੇ ਸਾਰੇ ਦਸਮ ਪਾਤਸ਼ਾਹ ਦੀ, ਦਸਮ ਗ੍ਰੰਥ ਦੀ ਬਾਣੀ ਨੂੰ ਦਸਮ ਪਾਤਸ਼ਾਹ ਦੀ ਮੰਨਦੇ। ਉਹਨਾਂ ਦੀਆਂ ਕਿਤਾਬਾਂ ਲਿਖੀਆਂ ਸਾਡੇ ਕੋਲ ਮੌਜੂਦ ਨੇ। ਤੀਸਰਾ ਵਰਗ ਹੁੰਦਾ ਮਹਾਤਮਾ ਮਹਾਂਪੁਰਸ਼ਾਂ ਦਾ। ਦੋ ਮੈਂ ਦੱਸ ਚੁੱਕਾ, ਜਰਨੈਲਾਂ ਦਾ ਤੇ ਸਾਧ ਸੰਗਤ ਜੀ ਵਿਦਵਾਨਾਂ ਦਾ। ਹੁਣ ਆ ਗਏ ਮਹਾਂਪੁਰਸ਼ਾਂ ਦਾ। ਸਾਡੇ ਪੰਥ ਵਿੱਚ ਬੜੇ ਬੜੇ ਕਰਨੀ ਕਮਾਈ ਵਾਲੇ ਸੰਤ ਬ੍ਰਹਮ ਗਿਆਨੀ ਹੋਏ ਨੇ। ਬਾਬਾ ਗੁੱਦੜ ਸਿੰਘ ਜੀ, ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ, ਸੰਤ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ, ਸੰਤ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ, ਸੰਤ ਸੁੰਦਰ ਸਿੰਘ ਜੀ, ਮੈਂ ਕਿਹਨਾਂ ਕਿਹਨਾਂ ਦੇ ਨਾਮ ਲਵਾਂ, ਸਾਰੇ ਦਸਮ ਪਾਤਸ਼ਾਹ ਦੀ ਬਾਣੀ ਤੇ ਸ਼ਰਧਾ ਰੱਖਦੇ ਆਏ ਨੇ।
ਅੱਜ ਕੁਝ ਲੋਕ ਜਿਨ੍ਹਾਂ ਨੇ ਕਦੀ ਦਸਮ ਦੀ ਬਾਣੀ ਨਹੀਂ ਪੜ੍ਹੀ, ਯਾਨੀ ਸੰਤ ਸਿੰਘ ਜੀ ਮਸ਼ਕੀਨ ਦੀ ਕਥਾ ITC ਚੈਨਲ ਤੇ ਰੋਜ਼ ਆਉਂਦੀ, ਤੁਸੀਂ ਵੇਖਦੇ ਹੋ, ਸੁਣਦੇ ਹੋ, ਉਹ ਰੋਜ਼ ਹੀ ਕਹੀ ਜਾਂਦੇ ਆ ਦਸਮ ਦੇ ਬਾਰੇ। ਵੀ ਕਈ ਲੋਕ ਮੈਨੂੰ ਆ ਕੇ ਕਹਿਣ ਲੱਗੇ ਜੀ ਤੁਸੀਂ ਦਸਮ ਗ੍ਰੰਥ ਬਾਰੇ ਦੱਸੋ। ਮਸ਼ਕੀਨ ਜੀ ਕਹਿੰਦੇ ਭਾਈ ਇਹ ਦੱਸ ਵੀ ਤੂੰ ਪੜ੍ਹਿਆ ਹੋਇਆ, ਤੂੰ ਦਸਮ ਗ੍ਰੰਥ ਪੜ੍ਹਿਆ? ਨਹੀਂ ਜੀ ਮੈਂ ਤੇ ਵਿੱਚੋਂ ਪੰਕਤੀਆਂ ਸੁਣੀਆਂ ਨੇ। ਤੁਸੀਂ ਕਿਸੇ ਜਿਹੜਾ ਵੀ ਸ਼ੰਕਾ ਕਰਨ ਵਾਲਾ ਦਸਮ ਗ੍ਰੰਥ ਦੇ ਉੱਤੇ ਕਿੰਤੂ ਕਰਨ ਵਾਲਾ, ਕਿਸੇ ਨੂੰ ਇੱਕੋ ਹੀ ਸਵਾਲ ਪਾਓ ਵੀ ਤੂੰ ਪੜ੍ਹਿਆ, ਤੁਹਾਨੂੰ ਜਵਾਬ ਮਿਲੇਗਾ ਨਹੀਂ। ਤੇ ਜੇ ਕਹੇ ਪੜ੍ਹਿਆ ਤੇ ਉਹਨੂੰ ਪੁੱਛ ਲਓ ਵੀ ਪਾਏ ਗਏ ਜਬ ਤੇ ਤੁਮਰੇ ਵਾਲਾ ਸਵਈਆ ਕਿੱਥੇ ਲਿਖਿਆ, ਸਗਲ ਦਵਾਰ ਕੋ ਛਾੜ ਕੇ ਵਾਲਾ ਦੋਹਰਾ ਕਿੱਥੇ ਲਿਖਿਆ, ਚੌਪਈ ਕਿੱਥੇ ਲਿਖੀ ਹੈ, ਸ਼ਸਤਰ ਨਾਮ ਵਾਲਾ ਕਿੱਥੇ ਲਿਖਿਆ? ਕੋਈ ਜਵਾਬ ਨਹੀਂ, ਕਿਉਂਕਿ ਪੜ੍ਹਿਆ ਹੀ ਕੋਈ ਨਹੀਂ। ਜਿਹਨੇ ਦਸਮ ਗ੍ਰੰਥ ਆਦਿ ਤੋਂ ਅੰਤ ਤੱਕ ਪੜ੍ਹਿਆ ਔਰ ਕਿਸੇ ਸੰਪਰਦਾਇ ਵਿੱਚ ਕਿਸੇ ਵਿਦਵਾਨ ਕੋਲ ਬਹਿ ਕੇ ਪੜ੍ਹਿਆ, ਉਹਨੂੰ ਕਦੀ ਸ਼ੰਕਾ ਨਹੀਂ ਹੁੰਦਾ, ਉਹਨੂੰ ਕਦੀ ਕਿੰਤੂ ਨਹੀਂ ਹੁੰਦਾ। ਆ ਪਿੱਛੇ ਜੀ ਸਪੋਕਸਮੈਨ ਨੇ ਕੁਝ ਅਖਬਾਰਾਂ ਵਿੱਚ ਛਾਪ ਕੇ ਪਰਚੇ ਵੰਡੇ ਨੇ, ਜਿਹੜੇ ਤੁਹਾਡੇ ਤਾਈਂ ਕਈ ਵੀਰਾਂ ਨੇ ਪੜ੍ਹੇ ਹੋਣਗੇ। ਉਹਦੇ ਤੇ ਬੜਾ ਸਾਧ ਸੰਗਤ ਜੀ ਕਈ ਗੁਰਸਿੱਖਾਂ ਨੂੰ ਜਿਨ੍ਹਾਂ ਨੇ ਬਾਣੀ ਨਹੀਂ ਪੜ੍ਹੀ ਜਾਂ ਬਾਣੀ ਨੂੰ ਪੂਰੀ ਤਰ੍ਹਾਂ ਸਮਝਦੇ ਨਹੀਂ, ਉਹਨਾਂ ਦੇ ਮਨ 'ਚ ਸ਼ੰਕਾ ਪੈਦਾ ਹੋਇਆ। ਅਸਲ ਵਿੱਚ ਗੱਲ ਕੀ ਹੈ, ਉਹਨੇ ਅਧੂਰੀਆਂ ਪੰਕਤੀਆਂ ਛਾਪੀਆਂ ਨੇ, ਪੂਰੀਆਂ ਨਹੀਂ ਛਾਪੀਆਂ। ਉਹਨੇ ਉਹ ਪੱਖ ਛਾਪਿਆ ਜਿਹਦੀ ਸਾਨੂੰ ਸਮਝ ਨਾ ਆ ਸਕੇ, ਭੁਲੇਖਾ ਪਾਉਣ ਵਾਲਾ ਪੱਖ ਛਾਪਿਆ। ਕਿਉਂਕਿ ਗੁਰਬਾਣੀ ਦੀ ਇੱਕ ਪੰਕਤੀ 'ਚ ਸਵਾਲ ਹੁੰਦਾ ਤੇ ਅਗਲੀ ਪੰਕਤੀ 'ਚ ਜਵਾਬ ਹੁੰਦਾ। ਹੁਣ ਤੁਸੀਂ ਆਸਾ ਦੀ ਵਾਰ ਪੜ੍ਹਦੇ ਹੋ, ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ। ਇਹਦਾ ਅਰਥ ਜੇ ਇਹਦਾ ਕੱਲੀ ਪੰਕਤੀ ਦਾ ਅਰਥ ਕਰੀਏ ਤੇ ਕਈ ਲੜ ਪੈਣਗੇ। ਇੱਕ ਗੁਰੂ ਨਾਨਕ ਸਾਹਿਬ ਦੀ ਪੰਕਤੀ ਹੈ, ਜਿਉ ਜੋਰੂ ਸਿਰਨਾਵਣੀ, ਹਰ ਇਸਤਰੀ ਨੂੰ ਮਹੀਨੇ ਪਿੱਛੋਂ ਸਿਰਨਾਣਾ ਪੈਂਦਾ। ਝੂਠੇ ਝੂਠਾ ਮੁਖ ਵਸੈ, ਨਿਤ ਨਿਤ ਹੋਏ ਖੁਆਰ। ਜਦੋਂ ਇਹ ਗੱਲ ਪੜੋਗੇ ਸਮਝੋਗੇ ਵੀ ਗੁਰੂ ਸਾਹਿਬ ਕੀ ਕਹਿਣਾ ਚਾਹੁੰਦੇ ਆ। ਵੀ ਮਹਾਰਾਜ ਤਾਂ ਇਹ ਕਹਿੰਦੇ ਆ ਵੀ ਅਪਵਿੱਤਰਤਾ, ਝੂਠ, ਗੰਦਗੀ ਜੀਵ ਦੇ ਨਾਲ ਜੁੜੀ ਹੋਈ ਹੈ ਤੇ ਖੁਆਰ ਕਰਦੀ ਹੈ। ਫਿਰ ਤੇ ਗੱਲ ਸਮਝ ਆਵੇਗੀ। ਤੇ ਜੇ ਪਹਿਲੀ ਪੰਕਤੀ ਪੜ੍ਹ ਕੇ ਉਹਦੇ ਗਲਤ ਅਰਥ ਕਰੀ ਜਾਓ ਤੇ ਸਾਧ ਸੰਗਤ ਜੀ ਫਿਰ ਬਾਣੀ ਤੇ ਸ਼ੰਕਾ ਹੋਵੇਗਾ। ਇਸੇ ਤਰ੍ਹਾਂ ਫਰੀਦ ਦਾ ਬਚਨ ਹੈ, ਫਰੀਦਾ ਅੱਜ ਨਾ ਸੁੱਤੀ ਕੰਤ ਸਿਓ, ਅੰਗ ਮੁੜੇ ਮੁੜ ਜਾਹੇ। ਇਹ ਕਿਹੜੇ ਕੰਤ ਦੀ ਗੱਲ ਹੈ? ਕੌਣ ਸੁੱਤੀ, ਕੌਣ ਨਾ ਸੁੱਤੀ? ਜੇ ਕੋਈ ਸਮਝਦਾਰ ਹੋਵੇਗਾ ਤੇ ਉਹਨੂੰ ਪਤਾ ਲੱਗੇਗਾ, ਤੇ ਜੇ ਕੋਈ ਮੂਰਖ ਹੋਏਗਾ ਤੇ ਇਹਦਾ ਅਰਥ ਦੁਨਿਆਵੀ ਕਰਕੇ ਤੇ ਬਾਣੀ ਤੇ ਕਿੰਤੂ ਕਰਨ ਲੱਗ ਜਾਏਗਾ। ਸਮਝ ਦੇ ਅਨੁਸਾਰ, ਬੁੱਧੀ ਦੇ ਅਨੁਸਾਰ ਗਿਆਨ ਹੁੰਦਾ ਹੈ। ਤੇ ਸਾਧ ਸੰਗਤ ਜੀ ਇਹਨਾਂ ਦੀ ਬੁੱਧੀ ਛੋਟੀ ਹੈ, ਇਹਨਾਂ ਨੂੰ ਕਾਮ ਵਾਸ਼ਨਾ ਚਿਮੜੀ ਹੋਈ ਦਿਮਾਗ ਦੇ ਉੱਤੇ। ਕਹਿੰਦੇ ਨੇ ਹਨੂਮਾਨ ਲੰਕਾ ਗਿਆ ਸੀਤਾ ਦੀ ਖਬਰ ਲੈਣ ਵਾਸਤੇ। ਸੀਤਾ ਉੱਥੇ ਰਾਵਣ ਦੀ ਕੈਦ ਵਿੱਚ ਅਸ਼ੋਕ ਵਾਟਕਾ 'ਚ ਬਗੀਚੀ 'ਚ ਬੈਠੀ ਹੋਈ ਸੀ। ਸੀਤਾ ਮਾਤਾ ਜੀ ਦੇ ਦਰਸ਼ਨ ਕਰਕੇ ਵਾਪਸ ਆਇਆ ਰਾਮਚੰਦਰ ਜੀ ਨੂੰ ਖਬਰ ਦੇਣ ਵਾਸਤੇ। ਰਾਮ ਜੀ ਪੁੱਛਦੇ ਨੇ, ਸੁਣਾ ਸੀਤਾ ਦੀ ਕੀ ਹਾਲਤ ਹੈ? ਕਹਿਣ ਲੱਗੇ ਮਹਾਰਾਜ ਜਿਉਂਦੀ ਹੈ। ਤੇ ਰਾਮਚੰਦਰ ਜੀ ਕਹਿੰਦੇ ਮਰੀ ਨਹੀਂ ਹਮ ਤੇ ਪਿਛਰਾਈ, ਮਰ ਨਹੀਂ ਗਈ, ਸਾਡੇ ਤੋਂ ਵਿਛੜ ਕੇ। ਹਨੂਮਾਨ ਕਹਿੰਦਾ ਮਹਾਰਾਜ ਮਰਦੀ ਕਿਵੇਂ? ਪ੍ਰਾਣ ਬਸੇ ਪਦ ਪੰਕਜ ਮੇ ਜਮ ਆਵਤ ਹੈ ਪਰ ਪਾਵਤ ਨਹੀਂ। ਸੀਤਾ ਦੇ ਪ੍ਰਾਣ ਤਾਂ ਹਜੂਰ ਦੇ ਚਰਨਾਂ 'ਚ ਵਸੇ ਹੋਏ ਨੇ। ਉੱਥੇ ਜਦੋਂ ਜੰਮ ਆਉਂਦੇ ਨੇ ਸਰੀਰ ਵੇਖ ਕੇ ਮੁੜ ਜਾਂਦੇ ਨੇ। ਉਹ ਮਰ ਵੀ ਨਹੀਂ ਸਕਦੀ ਤੇ ਜੀ ਵੀ ਨਹੀਂ ਸਕਦੀ। ਉਹਦੇ ਮਨ ਵਿੱਚ ਤੁਹਾਡਾ ਪ੍ਰੇਮ ਵਸਿਆ ਹੈ। ਅੱਛਾ ਹਨੂਮਾਨ, ਇੱਕ ਹੋਰ ਗੱਲ ਦੱਸ, ਜਿਸ ਬਾਗ ਵਿੱਚ ਤੂੰ ਗਿਆ ਸੀ, ਜਿਸ ਬਗੀਚੀ 'ਚ ਸੀਤਾ ਬੈਠੀ ਸੀ, ਅਸ਼ੋਕ ਵਾਟਕਾ ਦੇ ਫੁੱਲ ਕਿਹੋ ਜਿਹੇ ਸਨ, ਕਿਹੜੇ ਰੰਗ ਦੇ ਸਨ? ਹਨੂਮਾਨ ਕਹਿਣ ਲੱਗਾ ਮਹਾਰਾਜ ਮੈਨੂੰ ਤਾਂ ਇਹ ਨਜ਼ਰ ਆਉਂਦਾ ਹੈ ਵੀ ਉਸ ਬਗੀਚੀ ਦੇ ਫੁੱਲ ਲਾਲ ਸਨ। ਰਾਮ ਜੀ ਕਹਿਣ ਲੱਗੇ ਨਹੀਂ ਹਨੂਮਾਨ, ਤੈਨੂੰ ਭੁਲੇਖਾ ਲੱਗ ਰਿਹਾ, ਕਿਉਂਕਿ ਅਸੀਂ ਵੀ ਅੰਤਰ ਆਤਮਾ ਨਾਲ ਉਹ ਜਗ੍ਹਾ ਵੇਖੀ ਹੈ, ਉੱਥੋਂ ਦੇ ਫੁੱਲ ਚਿੱਟੇ ਹਨ। ਨਹੀਂ ਮਹਾਰਾਜ,
फुल लाल हन। महाराज कहते नहीं चिट्टे हन, कहना नहीं लाल हन। हस पे रामचंद्र जी, कहन लगे तेनू लाल पता क्यों नजर आउंदे ने? तेरिया अखां च लहू उतरिया होया सी, गुस्सा तेनू आया होया सी रावण दे खिलाफ, ते जदों तेरे अंदर गुस्सा सी तेनू लाल नजर आउंदे सन। साध संगत जी, मेरे हजूर बाणी च कहंदे ने सुखीए कौ पेखा सब सुखिया। सुखी बंदे नू सारी दुनिया सुखी नजर आउंदी है, रोगी का भाड़ा सब रोगी, रोगी नू सारे रोगी नजर आउंदे ने। जिन्हां दियां अखां विच काम वासना है ना, उन्हां नू गुरबाणी भी काम वासना वाली नजर आउण लग पई है, क्योंकि जैसी दृष्टि है वैसी सृष्टि है। ज्ञान अवस्था मुताबक हुंदा जी। एक बच्चे नू तुसीं ऊड़ा आड़ा सिखा रहे हो, एक बच्चा 5वीं च पढ़ रहा है, वो बच्चों के अगे पहली तो दूजी चौथी 5वीं 10वीं वाले बच्चे अगे जे तुसीं MA की किताब रखोगे उसनूं नहीं समझ आएगी। MA की किताब पहली दूजी 5वीं 10वीं वाले नूं नहीं समझ आएगी। किते करके वेख लो, जेड़ा BA करके MA च दाखला लवेगा ਉਹਨੂੰ MA ਦੀ किताब समझ आवेगी, फिर भी किसी मास्टर की लोड़ पएगी। देखो सतनाम श्री वाह। ਜਾਂ फिर करके वेख लो, किसी पहली दूजी वाले दे अगे रखो किताब MA ਦੀ, समझ आ जाएगी उन्होंने? बिल्कुल नहीं आती। श्री गुरु ग्रंथ साहब जिन्हों ने नहीं पढ़िया, भाई गुरदास जिन्हों ने नहीं पढ़िया, भाई नंद लाल नूं जिन्हों ने नहीं पढ़िया, वो 10 ग्रंथ किताबां लिखण लग पए ने। उन्होंने की समझ आएगी, की पता लगेगा? आखिर जी ये अश्लील लिखिया होया, ये बंदे दे शरीर दे अंगां बारे लिखिया होया। साध संगत जी, ये दसो जेडे लोग किंतु परंतु करते ने, जदों गुरुद्वारे आउंदे ने, मंदिर जांदे ने, किते जांदे धर्म स्थान ते, जेडे साडे शरीर दे अंग ने वो घर रख के आउंदे ने। साडे सिर च अखां भी ने, कन भी ने, नक भी है, हथ भी ने, पैर भी ने, साडे शरीर दे कुछ अंग वो भी ने जेडे असीं ढक के रखने आ, ढक के रखदे आ, पर वो असीं घर रख के नहीं आउंदे, ढक के रखदे आ। क्यों? मर्यादा बनी होंदी। गुरु साहब जी ने सानू सारे शरीर बारे ते सारी आत्मक अवस्था बारे ज्ञान देना। हुण डॉक्टरी पढ़ाई जाती है, साडियां बच्चियां नर्स का कोर्स करदियां ने, डॉक्टरी का कोर्स करदियां ने, उत्थे उन्होंने शरीर के सारे अंगां बारे पढ़ाया जाता, सिर तो लैके पैरों तक पढ़ाया जाता कि डॉक्टर बनना, उन्हें कल नूं इलाज करना, सारे अंगां दा करना। किहड़े अंग विच किहड़ी नस है, किहड़े अंग विच की नुक्स पै सकदा, सारा पढ़ाया जाता। गुरु गोबिंद सिंह सच्चे पातशाह ने अपने खालसे नूं सारा ज्ञान देना है, ताकि खालसा हर पक्ष तो परिपूर्ण हो जावे। ते 405 चरित्र लिखे ने, ਉਹਦੇ ਵਿੱਚ ਬਹਾਦਰ ਇਸਤਰੀਆਂ ਦੇ ਚਰਿੱਤਰ ਵੀ ਨੇ, ਨਾਰਮਲ ਇਸਤਰੀਆਂ ਦੇ ਚਰਿੱਤਰ ਵੀ ਨੇ, ਕਪਟੀ ਇਸਤਰੀਆਂ ਦੇ ਚਰਿੱਤਰ ਵੀ ਨੇ, ਤੇ 70-80 ਚਰਿੱਤਰ ਬੰਦਿਆਂ ਦੇ ਵੀ ਨੇ। ਸਾਰੇ ਚਰਿੱਤਰ ਔਰਤਾਂ ਦੇ ਨਹੀਂ। ਜਿੱਥੇ ਬੰਦਿਆਂ ਦੇ ਚਰਿੱਤਰ ਨੇ ਉੱਥੇ ਇਤਸਰੀ ਚਰਿੱਤਰੋਂ ਪਖਿਆਨੇ ਪੁਰਖ ਚਰਿੱਤਰੇ ਲਿਖਿਆ ਹੋਇਆ। ਜਿੱਥੇ ਇਸਤਰੀ ਦਾ ਚਰਿੱਤਰ ਹੈ ਉੱਥੇ ਇਤਸਰੀ ਚਰਿੱਤਰੋਂ ਪਖਿਆਨੇ ਤ੍ਰਿਆ ਚਰਿੱਤਰੇ ਲਿਖਿਆ ਹੋਇਆ। ਪੜ੍ਹ ਕੇ ਵੇਖੋ 10 ਗ੍ਰੰਥ ਕਿਉਂ ਲਿਖੇ ਨੇ ਚਰਿੱਤਰ। ਤੁਸੀਂ ਇਹ ਪੁੱਛੋਗੇ ਵੀ ਚਰਿੱਤਰ ਕਿਉਂ ਲਿਖੇ ਨੇ, ਮੈਨੂੰ ਇਹ ਦੱਸੋ ਖਾਲਸਾ ਕੀ ਹੈ। ਖਾਲਸਾ ਇੱਕ ਫੌਜ ਹੈ ਤੇ ਫੌਜ ਹਮੇਸ਼ਾ ਲੜਾਈ ਦੇ ਮੈਦਾਨ 'ਚ ਰਹਿੰਦੀ ਹੈ, ਕੈਂਪਾਂ 'ਚ ਰਹਿੰਦੀ ਹੈ, ਘਰ ਤੋਂ ਬਾਹਰ ਰਹਿੰਦੀ ਹੈ। ਜਿਹੜਾ ਬੰਦਾ ਫੌਜੀ ਹੈ ਘਰ ਤੋਂ ਬਾਹਰ ਰਹਿੰਦਾ ਉਹਦਾ ਕਰੈਕਟਰ ਕਿਸੇ ਵੇਲੇ ਵੀ ਡਾਵਾਂਡੋਲ ਹੋ ਸਕਦਾ। ਆ ਜਿਹੜੀ ਸਭ ਤੋਂ ਵੱਡੀ ਵਰਲਡ ਦੀ ਲੜਾਈ ਛਿੜੀ ਹੋਈ ਹੈ ਇਸ ਟਾਈਮ ਲਾਦੇਨ ਦੀ ਤੇ ਅਮਰੀਕਾ ਦੀ ਹੈ। ਲਾਦੇਨ ਤੇ ਅਮਰੀਕਾ ਦੀ ਲੜਾਈ ਦੀ ਭੂਮਿਕਾ ਕੀ ਹੈ ਇਹ ਸਮਝ ਲਓ। ਪਹਿਲਾਂ ਅੱਜ ਤੋਂ 15 ਸਾਲ ਪਹਿਲਾਂ ਮੱਕੇ ਦੇ ਵਿੱਚ ਅਰਬ ਦੇ ਵਿੱਚ ਅਮਰੀਕਾ ਦੀਆਂ ਫੌਜਾਂ ਆਈਆਂ ਸੀ, ਅਰਬ ਸਰਕਾਰ ਨੇ ਮੰਗਾਈਆਂ ਸੀ। ਤੇ ਜਦੋਂ ਉਹ ਫੌਜੀ ਉੱਥੇ ਬੈਠੇ ਰਹੇ 2-3 ਸਾਲ ਬੈਠੇ ਰਹੇ, 4 ਸਾਲ ਬੈਠੇ ਰਹੇ
ਤੇ ਜਿਹੜੇ ਅਰਬ ਦੀਆਂ ਔਰਤਾਂ ਸਨ, ਮੁਸਲਮਾਨ ਔਰਤਾਂ, ਉਹ ਉਥੋਂ ਦੀ ਸਰਕਾਰ ਨੇ ਉਹਨਾਂ ਫੌਜੀਆਂ ਨੂੰ ਦਿੱਤੀਆਂ। ਜਦੋਂ ਉਹ ਲਦੇਨ ਨੇ ਵੇਖੀਆਂ ਤੇ ਉਹਦੇ ਮਨ 'ਚ ਇਹ ਭਾਵਨਾ ਆਈ ਵੀ ਇਹ ਜਿਹੜੇ ਫੌਜੀ ਹਨ ਅਮਰੀਕਾ ਦੇ, ਸਾਡੇ ਦੇਸ਼ ਵਿੱਚ ਆ ਕੇ ਸਾਡੇ ਧਰਮ ਸਥਾਨਾਂ ਦੀ ਬੇਅਦਬੀ ਕਰ ਰਹੇ ਨੇ, ਤੇ ਲੜਾਈ ਛਿੜ ਗਈ। ਗੁਰੂ ਗੋਬਿੰਦ ਸਿੰਘ ਨੂੰ ਵੀ ਪਤਾ ਸੀ ਕਿ ਮੇਰਾ ਖਾਲਸਾ ਫੌਜ ਹੈ ਤੇ ਕਿਤੇ ਮੇਰੇ ਖਾਲਸੇ ਨੂੰ ਕੋਈ ਇਹੋ ਜਿਹਾ ਜਾਲ ਪਾ ਕੇ ਆਪਣੇ ਚਰਿੱਤਰ ਤੋਂ, ਆਪਣੇ ਕਰੈਕਟਰ ਤੋਂ ਥੱਲੇ ਨਾ ਗੇਰ ਦੇਵੇ। 405 ਚਰਿੱਤਰ ਲਿਖ ਕੇ ਸਾਵਧਾਨ ਕਰਦਿਆਂ ਹੋਇਆ 20ਵੇਂ ਚਰਿੱਤਰ 'ਚ ਪਹਿਲਾਂ ਹੀ ਲਿਖ ਦਿੱਤਾ, ਸੁਧ ਜਬ ਤੇ ਹਮ ਧਰੀ ਬਚਨ ਗੁਰ ਦੇ ਹਮਾਰੇ, ਕਿ ਜਦੋਂ ਦੀ ਮੈਂ ਹੋਸ਼ ਸੰਭਾਲੀ ਹੈ, ਮੇਰੇ ਪਿਤਾ ਗੁਰੂ ਤੇਗ ਬਹਾਦਰ ਨੇ ਮੈਨੂੰ ਸਿੱਖਿਆ ਦਿੱਤੀ ਹੈ, ਸੁਧ ਜਬ ਤੇ ਹਮ ਧਰੀ ਬਚਨ ਗੁਰ ਦੇ ਹਮਾਰੇ, ਪੂਤ ਇਹ ਪਰਨ ਤੋਹੇ, ਪੁੱਤਰ ਤੈਨੂੰ ਸਹੁੰ ਲੱਗੇ, ਮੈਂ ਤੈਨੂੰ ਪਰਨ ਕਰਾ ਰਿਹਾ, ਪੂਤ ਇਹ ਪਰਨ ਤੋਹੇ, ਪ੍ਰਾਣ ਜਬ ਲਗ ਘਟ ਥਾਰੇ, ਜਿੰਨਾ ਚਿਰ ਤੂੰ ਜਿਉਂਦਾ ਰਹੇ ਪੁੱਤਰ, ਇੱਕ ਗੱਲ ਦਾ ਖਿਆਲ ਰੱਖੀ, ਨਿਜ ਨਾਰੀ ਕੇ ਸਾਥ ਨਿਤ ਤੁਮ ਨੇ ਬੜਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੁਨ ਜਈਓ। ਆਪਣੀ ਪਤਨੀ ਧਰਮ ਪਤਨੀ ਹੈ, ਇਸ ਤੋਂ ਇਲਾਵਾ ਵੱਡੀਆਂ ਮਾਵਾਂ ਨੇ, ਬਰਾਬਰ ਦੀਆਂ ਭੈਣਾਂ ਨੇ, ਛੋਟੀਆਂ ਧੀਆਂ ਨੇ, ਵੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਤੇ ਗੁਰੂ ਗੋਬਿੰਦ ਸਿੰਘ ਨੇ ਇਹ ਬਚਨ 20ਵੇਂ ਚਰਿੱਤਰ 'ਚ ਲਿਖੇ ਨੇ। ਔਰ ਜਿਹੜੀ ਤੁਸੀਂ ਅੰਮ੍ਰਿਤ ਦੀ ਬਾਣੀ ਪੜ੍ਹਦੇ ਹੋ, ਹਮਰੀ ਕਰੋ ਹਾਥ ਦਾ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਜਿਹੜੀ ਅੰਮ੍ਰਿਤ ਤੇ ਵੀ ਪੜ੍ਹੀ ਜਾਂਦੀ ਹੈ, ਸਵੇਰ ਦੇ ਨਿਤਨੇਮ 'ਚ ਵੀ ਪੜ੍ਹੀ ਜਾਂਦੀ ਹੈ, ਤੇ ਸ਼ਾਮ ਨੂੰ ਰਹਿ ਰਾਸ ਦੇ ਵਿੱਚ ਵੀ ਰੋਜ਼ ਹਰਿਮੰਦਰ ਸਾਹਿਬ ਤੋਂ ਟੀਵੀ ਤੇ ਸੁਣਦੇ ਹੋ, ਹਮਰੀ ਕਰੋ ਹਾਥ ਦਾ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਉਹ 405ਵਾਂ ਚਰਿੱਤਰ ਹੀ ਹੈ ਲਾਸਟ। ਕਹਿੰਦੇ ਨਹੀਂ ਜੀ, ਅੱਗੋਂ ਫਿਰ ਦੇਖੋ ਅੱਗੋਂ ਦੀ ਅੱਗੇ ਚਲੀ ਜਾਂਦੇ, ਕਹਿੰਦੇ ਨਹੀਂ ਜੀ, ਕੁਝ ਬਾਣੀ ਤੇ ਅਸੀਂ ਮੰਨਦੇ ਆ ਵੀ ਗੁਰੂ ਗੋਬਿੰਦ ਸਿੰਘ ਦੀ ਹੈ, ਥੋੜੀ ਬਾਣੀ ਕਹਿੰਦੇ ਉਹਨਾਂ ਦੀ ਹੈ, ਥੋੜੀ ਨਹੀਂ ਹੈ। ਮੈਂ ਉਹਨਾਂ ਨੂੰ ਇੱਕ ਸਵਾਲ ਪੁੱਛਿਆ, ਮੈਂ ਕਿਹਾ ਇਹ ਦੱਸੋ, ਇੱਕ ਮੁਰਗੀ ਆਂਡਾ ਦੇਵੇਗੀ ਜਾਂ ਮੀਟ ਦੇਵੇਗੀ? ਜਾਂ ਤਾਂ ਮੁਰਗੀ ਤੋਂ ਆਂਡਾ ਲੈ ਲਓ ਤੇ ਜਾਂ ਉਹਦਾ ਮੀਟ ਬਣਾ ਲਓ। ਹੁਣ ਮੁਰਗੀ ਆਂਡਾ ਵੀ ਦੇਈ ਜਾਵੇ, ਅੱਧੀ ਮੁਰਗੀ ਆਂਡਾ ਦੇਵੇ, ਅੱਧੀ ਮੁਰਗੀ ਦੀ ਆਪਾਂ ਸਬਜ਼ੀ ਖਾਈਏ, ਏਦਾਂ ਨਹੀਂ ਨਾ ਹੋ ਸਕਦਾ। ਇਹਦਾ ਸੰਸਕ੍ਰਿਤ ਜਦੋਂ ਨਿਆਏ ਪੜ੍ਹਾਏ ਜਾਂਦੇ ਆ ਨਾ, ਉੱਥੇ ਇਹ ਨਿਆਏ ਆਉਂਦਾ, ਅਰਧ ਯਰਤ ਕਾ ਨਿਆਏ, ਅੱਧੀ ਮੁਰਗੀ ਆਂਡੇ ਲਈ ਤੇ ਅੱਧੀ ਮੁਰਗੀ ਕਹਿੰਦੇ ਸਬਜ਼ੀ ਲਈ ਰੱਖ ਲਓ। ਕਦੀ ਹੋ ਸਕਦਾ ਐਵੇਂ? ਹੋਇਆ ਕਦੀ? ਇੱਕੋ ਕੰਮ ਕਰੇਗੀ ਵਿਚਾਰੀ ਉਹ ਕਮਲੇ ਹੋ। ਇਹ ਕਦੀ ਹੋ ਸਕਦਾ ਵੀ ਜਾਪ ਸਾਹਿਬ ਗੁਰੂ ਗੋਬਿੰਦ ਸਿੰਘ ਦਾ ਹੋਵੇ ਤੇ ਚੌਪਈ ਕਿਸੇ ਹੋਰ ਦੀ ਹੋਵੇ? ਭਾਈ ਮਨੀ ਸਿੰਘ ਗਲਤ ਲਿਖ ਸਕਦੇ ਬਾਣੀ ਕਦੀ? ਭਾਈ ਮਨੀ ਸਿੰਘ ਨੇ ਸਾਰੀ ਬਾਣੀ ਸ੍ਰੀ ਮੁੱਖ ਬਾਗ ਪਾਤਸ਼ਾਹੀ 10ਵੀਂ ਕਰਕੇ ਲਿਖਿਆ। ਜੇ ਭਾਈ ਮਨੀ ਸਿੰਘ ਨੂੰ ਇਹ ਸ਼ੱਕ ਹੁੰਦਾ ਵੀ ਇਹ ਗੁਰੂ ਸਾਹਿਬ ਦੀ ਬਾਣੀ ਨਹੀਂ, ਉਹ ਇੱਕ ਉੱਤੇ ਨਾ ਲਿਖਦੇ ਪਾਤਸ਼ਾਹੀ 10ਵੀਂ। ਐਸਾ ਭੁਲੇਖਾ ਜੋ ਗੁਰੂ ਕੀ ਬਾਣੀ ਵਾਸਤੇ ਪਾਇਆ ਜਾ ਰਿਹਾ, ਉਹਦਾ ਕਾਰਨ ਕੀ ਹੈ? ਮੇਰੇ ਨਾਲ ਵੀਰ ਕਸ਼ਮੀਰ ਸਿੰਘ ਜੀ ਆਏ ਹੋਏ ਨੇ, ਦੱਸਣਗੇ ਵੇਰਵਾ। ਪਰ ਮੈਂ ਇੱਕ ਗੱਲ ਕਹਿ ਰਿਹਾ, ਇੱਕ ਤਾਂ ਸਾਡੇ ਅੰਦਰ ਵੀਰ ਰਸ ਖਤਮ ਕਰਨਾ ਚਾਹੁੰਦੇ ਨੇ। ਸਿੰਘਾਂ 'ਚ ਜਿਹੜਾ ਜੋਸ਼ ਆਉਂਦਾ ਹੈ, ਦੇਹ ਸ਼ਿਵਾ ਬਰ ਮੋਹਿਆ, ਪੜ੍ਹ ਕੇ ਇਹ ਨਾ ਪੜ੍ਹਨਗੇ ਨਾ ਆਵੇਗਾ ਜੋਸ਼। ਜਿਹੜੀ ਆ ਕਿਰਪਾਨਾਂ ਪਾਈ ਫਿਰਦੇ ਨੇ ਸਿੱਖ, ਇਹ ਕਿਰਪਾਨਾਂ ਕਿਵੇਂ ਲੈਣਗੀਆਂ? ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਤੇ ਕਿਰਪਾਨ ਪਾਉਣ ਬਾਰੇ ਲਿਖਿਆ ਕੋਈ ਨਹੀਂ। ਮਹਾਰਾਜ ਆਦਿ ਵਿੱਚ ਤਾਂ ਨਹੀਂ ਲਿਖਿਆ ਕਿਤੇ ਕਿਰਪਾਨ ਪਾਉਣ ਵਾਸਤੇ। ਕਿੱਥੇ ਲਿਖਿਆ? ਫਿਰ ਤੁਹਾਨੂੰ ਵੀ ਕੋਈ ਪੁੱਛੇ, ਤੁਸੀਂ ਕਹਿ ਸਕਦੇ ਹੋ ਕਿ 10ਮ ਗ੍ਰੰਥ ਵਿੱਚ ਲਿਖਿਆ ਕਿਰਪਾਨ ਪਾਣ ਧਾਰਿਯੰ ਕਰੋੜ ਪਾਪ ਟਾਰਿਯੰ। ਕਿਰਪਾਨ ਪਾਣ ਧਾਰਿਯੰ 10ਮ ਗ੍ਰੰਥ ਲਿਖਿਆ ਗੁਰੂ ਗੋਬਿੰਦ ਸਿੰਘ ਨੇ। ਜਿਸ ਪਿਤਾ ਨੂੰ ਸ਼ਸਤਰਾਂ ਨਾਲ ਪ੍ਰੇਮ ਸੀ, ਅੱਜ ਵੀ ਮੇਰੇ ਪਾਤਸ਼ਾਹ ਦੇ ਤਖਤ ਕੇਸਗੜ੍ਹ ਚਲੇ ਜਾਓ, ਤਖਤ ਦੇ ਉੱਤੇ ਸ਼ਸਤਰਾਂ ਦਾ ਪ੍ਰਕਾਸ਼ ਹੈ। ਤਖਤ ਪਟਨਾ ਸਾਹਿਬ ਚਲੇ ਜਾਓ, ਸ਼ਸਤਰਾਂ ਦਾ ਪ੍ਰਕਾਸ਼ ਹੈ। ਸ੍ਰੀ ਅਕਾਲ ਤਖਤ ਸਾਹਿਬ ਚਲੇ ਜਾਓ, ਸ਼ਸਤਰਾਂ ਦਾ ਪ੍ਰਕਾਸ਼ ਹੈ। ਹਜੂਰ ਸਾਹਿਬ ਚਲੇ ਜਾਓ, ਸ਼ਸਤਰਾਂ ਦਾ ਪ੍ਰਕਾਸ਼ ਹੈ। ਜਿਹੜੇ ਪਿਤਾ ਦਾ ਸ਼ਸਤਰਾਂ ਨਾਲ ਪ੍ਰੇਮ ਹੈ, ਉਹੀ ਪਿਤਾ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ, ਨਮੋ ਸ਼ਸਤਰ ਪਾਣੇ, ਨਮੋ ਅਸਤਰ ਮਾਣੇ, ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ। ਆਖੇ ਜੀ ਜਾਪ ਸਾਹਿਬ ਨੂੰ ਮੰਨਿਆ ਅਸੀਂ,
पर ये जिहड़ी भोग विलास वाली बाणी है ना, किहड़ी कहते त्रिया चरित्र नहीं मनते। मैं कहा जाप साहब च भी लिखा भोग विलास बारे, कहते किथे? मैं कहा नमो भोग भोगे, वो परमेश्वर भोगियां में भोगी भी है, क्योंकि नहीं है? नमो भोग भोगे, भोगिया विच भोगी, जोगी अंदर जोगिया, तू भोगी अंदर भोगिया। रब किहदे च नहीं बसदा? रब जोगी च भी बसदा है, रब भोगी च भी बसदा है। फिर कहते जी असी कुदरत नूं मनदे आ। मैं कहा फिर कुदरत नूं मान लो, कुदरत नेकियां, कुदरत बदियां, जिन्नी नेकी हो रही है दुनिया च वो भी कुदरत है, और जिन्नी बदी हो रही है वो भी कुदरत है। महाराज सच्चे पातशाह सानू बदी वालों हटा के नेकी दे राह पाना चाहते ने, तुसी बदी वाल जाना चाहते हो? ये दसो जेडे 70 चैनल टीवी दे चल रहे ने, उत्थे गंदा नाच हो रहा है, अश्लीलता प्यो भी कुर्सी ते बह के वेखी जांदा, धी भी वेखी जांदी, भैन भरा भी वेखी जांदे, मां पुत्र वेखी जांदे, तुहानू ओ क्यों नहीं नजर आउंदा? इहनू बंद कराओ टीवी चैनलों नू। कदी नहीं बोलते इहदे खिलाफ, गुरबाणी के खिलाफ क्यों बोलते ने? इस करके कि सिखां दा गुरु की बाणी ते निश्चा उठ जावे, अमृत छकना छड्ड देण, किरपाना पाणियां छड्ड देण, दाढ़ी केसां नू त्याग देण, सिक्खी खत्म हो जावे। पर ये सुपने लैने छड्ड देण। अबदाली भी खालसे नू खत्म करन आया सी, आप खत्म हो गया। मीर मन्नू आया सी, नहीं रहा। लखपत राय कहंदा सी एक खतरी ने धर्म चलाया, मैं खतरी इस धर्म नू खत्म करांगा। लखू पापी भी नहीं रहा, ये भी कोई नहीं रहने। पर खालसा जी मेरी एक बेनती है, गिला अपने नाल है। वो कहता गिला मौत से नहीं, हमें अपनों ने मारा। बगाने मारदे ने कोई गल नहीं, जदों अपने मार लग जाण। कुरान शरीफ दे विच गल सूरत अल बकरा, कुरान दी पहली सूरत है। जिवें आपां गुरु ग्रंथ साहब दा प्रकाश करी ते जपजी साहब पहला, कुरान दी जिहड़ी पहली सूरत है उहदे च गल लिखी है। वो कहंदे आ जिहड़ी किताब है ये खुदा दी किताब है, अल्लाह दी किताब है। ऐ इंसान तू इहनू समझ, इहनू विचार, इहदे अनुसार अमल कर, तेरा भला होवेगा। ये खुदा दा ज्ञान है, ये परमात्मा दा ज्ञान है। कहते पर जिन्हां बंदियां दी अकल ते खुदा ने मोहर ला दी है, सील कर दी है। जिन्हां दे कन्नां ते अखां ते पट्टी बन दी है, वो नास्तिक लोग इस किताब नू नहीं मनणगे। दूजे किस्म दे बंदे नास्तिक लोग इस किताब नू नहीं मनणगे, दा विरोध करनगे। उन्हें आख्या सुन लो ऐ मोमनो, तीजी किस्म दे बंदे भी होणगे ਜਿਹੜੇ ਤੁਹਾਨੂੰ ਆਖਣਗੇ ਕਿ ਅਸੀਂ ਇਸ ਕਿਤਾਬ ਨੂੰ ਮੰਨਦੇ ਆ। ਸੂਰਤ ਅਲ ਬਕਰਾ ਦੀ ਤੀਜੀ ਪੰਕਤੀ ਜਾਂ ਪੈਰਾ ਹੈ, ਕਹਿੰਦੇ ਇਸ ਕਿਤਾਬ ਨੂੰ ਅਸੀਂ ਮੰਨਦੇ ਆ। ਪਰ ਉਧਰ ਜਾ ਕੇ ਸ਼ੈਤਾਨ ਨੂੰ ਕਹਿਣਗੇ ਅਸੀਂ ਉਸ ਕਿਤਾਬ ਨੂੰ ਕੋਈ ਨਹੀਂ ਮੰਨਦੇ, ਅਸੀਂ ਤੇ ਐਵੇਂ ਉਹਨਾਂ ਨਾਲ ਮਖੌਲ ਹੀ ਕਰਦੇ ਆ। ਅਸੀਂ ਸਾਧ ਸੰਗਤ ਜੀ ਆ ਤੀਜਿਆਂ ਵਿੱਚ ਖੜੇ ਆ। ਅਸੀਂ ਕਹਿ ਰਹੇ ਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ, ਅਸੀਂ ਗੁਰੂ ਦਸਮ ਗ੍ਰੰਥ ਨੂੰ ਮੰਨਦੇ ਆ। पर जे सानू कोई पूछे तुसी पढ़िया पाठ कीता बाणी जपी है, साडे कोल नन्ना ही है, हाँ ते कोई नहीं, साडे कोल टाइम कोई नहीं जी, साडे कोल सानू पढ़ना आउंदा नहीं जी, साडियां मजबूरियां ने। साध संगत जी असी ग्रंथी सिंघां दा ये जुम्मा समझ लिया भी वो पढ़न, असी पैसे दे देंगे, पाठ दा फल सानू मिल जाएगा। पर महाराज कहते नहीं, प्रभ बाणी शब्द सो भाख्या, गावो सुनो पढ़ो नित भाई, गुरपुआ तू राख्या। जे दो पंक्तियां भी रोज पढ़ो ते सारी जिंदगी च बड़ी बाणी पढ़ी जाती है। दो पंक्तियां कंठ करो, बड़ी बाणी कंठ हो जाती है। बाबा राम सिंह जी नामधारी दी चिट्ठियां पढ़ियां ने, वो एक चिट्ठी च लिखते ने ਸਿੰਘੋ बाणी कंठ करया करो। एक कहन लगा महाराज मैनू बाणी कंठ नहीं हुंदी, मियां सिंह दा नाम सी। बाबा राम सिंह जी कहंदे मियां सिंह तै जो आखदा है बाणी कंठ नहीं हुंदी, सो काहे ते कंठ नहीं हुंदी। जे दो पंक्तियां भी, दो अखर भी रोज कंठ करे तां रोज बहुत बाणी कंठ हो जाती है। ਅਸੀਂ ਬਾਣੀ ਤੋਂ ਟੁੱਟੇ ਹੋਏ ਆ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵੇ ਲਾਏ।
ਆਪਣੇ ਬੱਚਿਆਂ ਨੂੰ ਬਾਣੀ ਨਾਲ ਜੋੜੋ। ਆਦ ਤੇ ਦਸਮ ਦੀ ਬਾਣੀ ਸਤਿਕਾਰਯੋਗ ਹੈ, ਉਹੀ ਸਤਿਕਾਰ ਕਰਨਾ ਜਿਹੜਾ ਆਦ ਗੁਰੂ ਗ੍ਰੰਥ ਸਾਹਿਬ ਦਾ ਕਰਦੇ ਆ, ਦਸਮ ਦਾ ਵੀ ਉਸੇ ਤਰ੍ਹਾਂ ਕਰਨਾ ਹੈ। ਜਿਹੜਾ ਕੋਈ ਆ ਕੇ ਭੁਲੇਖੇ ਪਾਵੇ ਵੀ ਇਹਦੇ ਚ ਇਹ ਲਿਖਿਆ ਉਹ ਲਿਖਿਆ, ਸਾਧ ਸੰਗਤ ਜੀ ਉਹਨੂੰ ਕਹੋ ਵੀ ਤੂੰ ਪੜ੍ਹਿਆ, ਤੁਹਾਨੂੰ ਜਵਾਬ ਮਿਲੇਗਾ ਕੋਈ ਨਹੀਂ। ਜਿਹਨੇ ਪੜ੍ਹਿਆ ਨਹੀਂ ਉਹਦੀ ਗੱਲ ਕੀ ਮੰਨਣੀ ਹੋਈ। ਪੁੱਛੋ ਸੰਪਰਦਾਇ ਗਿਆਨੀਆਂ ਕੋਲੋਂ, ਪੁੱਛੋ ਨਿਹੰਗ ਸਿੰਘਾਂ ਕੋਲੋਂ ਜਿਨ੍ਹਾਂ ਨੇ ਦਸਮ ਗ੍ਰੰਥ ਪੜ੍ਹਿਆ ਹੋਇਆ। ਜਿਹਨੇ ਪੜ੍ਹਿਆ ਹੀ ਨਹੀਂ ਉਹਨੂੰ ਆਪਾਂ ਹੁਣ ਕੀ ਆਖੀਏ।